ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਤੇ ਵਿਚਾਰਾਂ ਦੀ ਲੜੀ ਨੂੰ ਸ਼ੁਰੂ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਉੱਪਰ ਜੋ ਪਿਛਲੇ ਤਕਰੀਬਨ 10 ਹਫ਼ਤਿਆਂ ਤੋਂ ਵਿਚਾਰਾਂ ਦੀ ਲੜੀ ਚੱਲ ਰਹੀ ਆ, ਅਸੀਂ ਉਸ 'ਤੇ ਅੰਤਿਮ ਪੜਾਅ ਤੱਕ ਪਹੁੰਚ ਚੁੱਕੇ ਹਾਂ। ਅੱਜ ਦਾ ਤੇ ਇੱਕ ਹਫ਼ਤਾ ਹੋਰ ਸਾਧ ਸੰਗਤ ਜੀ, ਇਹਨਾਂ ਦੋਵਾਂ ਵਿਚਾਰਾਂ ਤੋਂ ਬਾਅਦ ਇਸ ਲੜੀ ਦੀ ਜਿਹੜੀ ਆ ਸੰਪੂਰਨਤਾ ਹੋਏਗੀ। ਤੇ ਅੱਜ ਦੀ ਜਿਹੜੀ ਵਿਚਾਰ ਹੋਣੀ ਆ ਉਹ ਇਤਿਹਾਸ ਤੇ ਉਸ ਘਟਨਾ ਦੇ ਨਾਲ ਸੰਬੰਧਿਤ ਹੈਗੀ ਆ ਜਿਸ ਨੇ ਸਿੱਖਾਂ ਦੇ ਕੋਲੋਂ ਬਹੁਤ ਕੁਝ ਖੋਇਆ, ਬਹੁਤ ਕੁਝ ਉਹਨਾਂ ਨੂੰ ਛੱਡਣਾ ਪਿਆ, ਤੇ ਜਿਸ ਕਰਕੇ ਇਹ ਅਰਦਾਸ ਦਾ ਬੰਦ ਸੀ ਜਿਹੜਾ 1947 ਤੋਂ ਬਾਅਦ ਅਰਦਾਸ ਦੇ ਵਿੱਚ ਜੋੜਨਾ ਪਿਆ, ਜਿਸ ਵਿੱਚ ਜਾਚਨਾ ਕੀਤੀ ਜਾਂਦੀ ਆ, ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। 1947 ਦਾ ਉਹ ਵਾਕਿਆ ਜਦੋਂ ਭਾਰਤੀ ਉਪ ਮਹਾਦੀਪ ਦੀ ਜਿਹੜੀ ਵੰਡ ਸੀ ਉਹ ਦੋ ਦੇਸ਼ਾਂ ਦੇ ਵਿੱਚ ਹੋ ਜਾਂਦੀ ਆ, ਤੇ ਮੌਜੂਦਾ ਸਮੇਂ ਉਹਨਾਂ ਦੇ ਵਿੱਚੋਂ ਵੀ ਤਿੰਨ ਦੇਸ਼ ਨੇ ਉਹ ਬਣ ਚੁੱਕੇ ਨੇ। ਇੱਕ ਪਾਸੇ ਬੰਗਲਾਦੇਸ਼ ਬਣ ਚੁੱਕਾ ਤੇ ਦੂਸਰੇ ਪਾਸੇ ਜਿਹੜਾ ਪਾਕਿਸਤਾਨ ਆ, ਤੇ ਤੀਸਰਾ ਭਾਰਤ ਜਿਹੜਾ ਹੈਗਾ ਆ, ਜਿਸ ਨੂੰ ਅਸੀਂ ਇੰਡੀਆ ਵੀ ਬੋਲ ਦਿੰਦੇ ਹਾਂ। ਤੇ ਇਤਿਹਾਸ ਦੇ ਇਸ ਕ੍ਰਮ ਦੇ ਵਿੱਚ ਜਿਹੜੀ ਇਹਨਾਂ ਦੇਸ਼ਾਂ ਦੀ ਬੁਨਿਆਦ ਰੱਖੀ ਉਹ ਮਜ਼ਹਬ ਦੇ ਨਾਂ ਦੇ ਉੱਤੇ ਰੱਖੀ ਗਈ ਸੀ ਕਿ ਜਿਹੜੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਨੇ ਉਹ ਇੱਕ ਥਾਂ 'ਤੇ ਇਕੱਠੇ ਨਹੀਂ ਰਹਿ ਸਕਦੇ। ਇਸ ਕਰਕੇ ਜਿਹੜੇ ਇਸਲਾਮ ਨਾਲ ਸੰਬੰਧ ਰੱਖਦੇ ਨੇ ਸੀ ਉਹਨਾਂ ਨੂੰ ਜਿਹੜਾ ਹੈ ਇੱਕ ਵੱਖਰਾ ਦੇਸ਼ ਚਾਹੀਦਾ ਹੈ। ਇਸ ਦੁਖਾਂਤ ਦੇ ਵਿੱਚੋਂ ਇਹ ਸਾਰਾ ਜਿਹੜਾ ਵੰਡ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਹੁੰਦਾ ਆ ਜਦੋਂ ਰਾਗੀ ਸਿੰਘ ਸ਼ਬਦ ਗਾਇਨ ਕਰ ਰਹੇ ਸੀ, ਸਭੇ ਘੱਟ ਰਾਮ ਬੋਲੇ ਰਾਮਾ ਬੋਲੇ, ਕਿ ਸਾਰੇ ਪਰਮਾਤਮਾ ਵਿੱਚ ਵਿਸ਼ਵਾਸ ਰੱਖਣ ਵਾਲੇ ਧਰਮ ਇਹ ਗੱਲ ਦੀ ਬਾਰ-ਬਾਰ ਤਾਕੀਦ ਕਰਦੇ ਨੇ ਕਿ ਰੱਬ ਵਾਹਿਗੁਰੂ ਅੱਲਾ ਰਾਮ ਸਾਰਿਆਂ ਦੇ ਵਿੱਚ ਵੱਸਦਾ ਆ। ਪਰ ਜਦੋਂ ਮਨੁੱਖ ਦੇ ਉੱਤੇ ਸ਼ੈਤਾਨ ਭਾਰੀ ਹੋ ਜਾਂਦਾ, ਉਸ ਦੀ ਸੋਚ ਦੇ ਉੱਤੇ ਉਸ ਦੇ ਵਿਕਾਰਾਂ ਦੀ, ਈਰਖਾ ਦੀ, ਦਵੈਸ਼ ਦੀ ਜਿਹੜੀ ਪਰਤ ਆ ਉਹ ਜੰਮ ਜਾਂਦੀ ਆ, ਤੇ ਫਿਰ ਉਸ ਨੂੰ ਹਰ ਘੱਟ ਦੇ ਵਿੱਚ ਰਾਮ ਵੱਸਦਾ ਨਜ਼ਰ ਨਹੀਂ ਆਉਂਦਾ। ਉਸ ਨੂੰ ਇਹ ਕਦੇ ਨਹੀਂ ਮਹਿਸੂਸ ਹੁੰਦਾ ਕਿ ਹਿੰਦੂ, ਮੁਸਲਮਾਨ, ਸਿੱਖ ਇਹਨਾਂ ਸਾਰਿਆਂ ਦੇ ਵਿੱਚ ਇੱਕ ਸਾਂਝੀ ਸ਼ਕਤੀ ਜਿਹੜੀ ਆ ਉਹ ਵਰਤ ਰਹੀ, ਉਹ ਵਾਹਿਗੁਰੂ ਹੈਗੀ। ਤੇ ਇਸ ਦੁਖਾਂਤ ਦੇ ਵਿੱਚੋਂ ਜਿਹੜਾ ਸੀ ਇਹ 47 ਦਾ ਜਿਹੜਾ ਸੰਤਾਪ ਆ ਉਹ ਭੋਗਣਾ ਪਿਆ। ਲੱਖਾਂ ਦੀ ਗਿਣਤੀ ਦੇ ਵਿੱਚ ਕਤਲੋ ਗਾਰਤ ਹੋਈ, ਤਕਰੀਬਨ 1 ਮਿਲੀਅਨ 10 ਲੱਖ ਦੇ ਕਰੀਬ ਜਿਹੜੇ ਸੀ ਲੋਕਾਂ ਨੂੰ ਜਾਨਾਂ ਗਵਾਉਣੀਆਂ ਪਈਆਂ। ਤੇ ਇਹ ਜਿਹੜੀ ਵੰਡ ਹੋਈ, ਇਸ ਵੰਡ ਦਾ ਜਿਹੜਾ ਨਕਸ਼ਾ ਉਲੀਕਿਆ ਗਿਆ, ਜਿਸ ਨੂੰ ਰੈੱਡ ਕਲਿਫ ਲਾਈਨ ਕਹਿੰਦੇ ਨੇ, ਕਿਉਂਕਿ ਇਸ ਨੂੰ ਉਲੀਕਣ ਵਾਲੇ ਦਾ ਨਾਮ ਸੀ ਉਸ ਦੇ ਆਧਾਰ ਦੇ ਉੱਤੇ ਉਸਨੇ ਜਿਹੜੀ ਲੀਕ ਖਿੱਚੀ ਸੀ ਨਕਸ਼ੇ ਦੇ ਉੱਤੇ, ਤੇ ਇਹ ਵੀ ਕੋਈ ਬਹੁਤੀ ਸੂਝ-ਬੂਝ ਨਾਲ ਨਹੀਂ ਖਿੱਚੀ ਗਈ। ਕੁਝ ਹਫ਼ਤਿਆਂ ਦੇ ਵਿੱਚ ਇਹ ਜਿਹੜਾ ਸਾਰਾ ਕਰਮ ਸੀ ਇਹ ਸਿਰੇ ਚੜ੍ਹਦਾ ਹੈ, ਕਿ ਬੜੀ ਕਾਹਲੀ ਦੇ ਵਿੱਚ ਇਹ ਸਾਰਾ ਜਿਹੜਾ ਕੰਮ ਸੀ ਉਹ ਕੀਤਾ ਜਾਂਦਾ ਆ। ਤੇ ਇਸ ਲੀਕ ਦੇ ਨਾਲ ਜਿਹੜਾ ਸੀ ਉਹ ਇੱਕ ਨਵਾਂ ਦੇਸ਼ ਪਾਕਿਸਤਾਨ ਜਿਹੜਾ ਆ ਹੋਂਦ ਵਿੱਚ ਆਉਂਦਾ। ਤੇ ਜਦੋਂ ਅਸੀਂ ਦੇਖਦੇ ਹਾਂ ਲੀਕ ਵੀ ਉੱਥੇ ਖਿੱਚੀ ਗਈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਵਸਾਇਆ ਸੀ, ਬਿਲਕੁਲ ਉਹਦੇ ਲਾਗੇ। ਪਿੱਛੇ ਜੀ ਹੁਣ ਕੋਰੀਡੋਰ ਵੀ ਖੁੱਲ੍ਹਿਆ ਹੈਗਾ। ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਨੇ ਉਹ ਆਮ ਤੌਰ ਦੇ ਉੱਤੇ ਬੜੀ ਆਸਾਨੀ ਦੇ ਨਾਲ ਜਿਹੜੇ ਨੇ ਸ਼ਰਧਾਲੂ ਕਰਨ ਜਾ ਸਕਦੇ ਨੇ। ਤੇ ਉਹ ਪਾਵਨ ਧਰਤੀ ਹੈਗੀ ਆ ਜਿਸ ਧਰਤੀ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ। ਉਹ ਬਾਬਾ ਜਿਹਨੇ ਸਾਰੀ ਉਮਰ ਸਾਰੇ ਮਜ਼ਹਬਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ, ਤੇ ਇਹ ਦੁਖਾਂਤ ਵੀ ਉਹਨਾਂ ਦੇ ਉਸ ਸਥਾਨ 'ਤੇ ਵਾਪਰਦਾ ਆ। ਉਸ ਸਥਾਨ ਦੇ ਲਾਗੋਂ ਦੀ ਇਹ ਲੀਕ ਕੀਤੀ ਜਾਂਦੀ ਆ। ਕਹਿਣ ਤੋਂ ਭਾਵ ਕਿ ਜਿਸ ਬਾਬੇ ਨੇ, ਜਿਸ ਗੁਰੂ ਨੇ ਸਾਰਿਆਂ ਨੂੰ ਮਿਲਾਉਣਾ ਚਾਹਿਆ, ਉਹਦੀ ਥਾਂ ਦੇ ਲਾਗੋਂ ਇਹ ਵੰਡੀਆਂ ਪੈ ਗਈਆਂ। ਇਹ ਬਹੁਤ ਵੱਡਾ ਦੁਖਾਂਤ ਸੀ। ਤੇ ਇਸ ਸਮੇਂ ਦੇ ਦੌਰਾਨ ਜਦੋਂ ਅਸੀਂ ਇਸ ਇਤਿਹਾਸ ਨੂੰ ਦੇਖਦੇ ਹੈਗੇ ਹਾਂ, ਇਹ ਨਹੀਂ ਕਿ ਉਸ ਸਮੇਂ ਚੰਗੇ ਲੋਕ ਨਹੀਂ ਸੀ ਹੈਗੇ ਸਿੱਖਾਂ ਦੇ ਵਿੱਚ ਜਾਂ ਮੁਸਲਮਾਨਾਂ ਦੇ ਵਿੱਚ ਜਾਂ ਹਿੰਦੂਆਂ ਦੇ ਵਿੱਚ। ਬਹੁਤ ਸਾਰਿਆਂ ਨੇ ਇਸ ਕਤਲੋ ਗਾਰਤ ਨੂੰ ਜਿਹੜੀ ਆ ਉਹ ਬਚਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਸੀ। ਇਸ ਕਰਕੇ
ਜਿਹੜੇ ਮਾਰਨ ਵਾਲੇ ਨੇ ਉਹਨਾਂ ਦੀ ਗਿਣਤੀ ਜ਼ਿਆਦਾ ਆ ਤੇ ਜਿਹੜੇ ਬਚਾਉਣ ਵਾਲੇ ਨੇ ਉਹਨਾਂ ਦੀ ਗਿਣਤੀ ਘੱਟ ਆ। ਕਹਿਣ ਤੋਂ ਭਾਵ ਕਿ ਜਿਨ੍ਹਾਂ ਦੇ ਅੰਦਰ ਧਰਮ ਵਸਦਾ ਆ, ਜਿਨ੍ਹਾਂ ਦੇ ਅੰਦਰ ਸੱਚ ਦਾ ਵਾਸ ਹੁੰਦਾ, ਉਹਨਾਂ ਦੀ ਗਿਣਤੀ ਹਮੇਸ਼ਾ ਇਸ ਸੰਸਾਰ ਦੇ ਉੱਤੇ ਘੱਟ ਰਹੀ ਆ, ਜਿਸ ਕਰਕੇ ਝੂਠ ਦਾ, ਕੂੜ ਦਾ ਹਮੇਸ਼ਾ ਬੋਲਬਾਲਾ ਰਹਿੰਦਾ ਹੈ। ਤੇ ਤਸਵੀਰਾਂ ਵਿੱਚ ਤੁਸੀਂ ਦੇਖੋ ਕਿ ਇੱਥੇ ਅਸੀਂ ਸਾਧ ਸੰਗਤ ਜਦਾਂ ਕਲਪਨਾ ਕਰਕੇ ਵੇਖੀਏ ਕਿ ਸਾਨੂੰ ਕੋਈ ਆ ਕੇ ਇਹ ਬੋਲ ਦੇ, ਇੱਕ ਮਿੰਟ ਦੇ ਲਈ ਸੋਚਣਾ ਕਿ ਇਹ ਦੇਸ਼, ਇਹ ਗੁਰਦੁਆਰਾ, ਇਹ ਘਰ-ਬਾਰ, ਜੋ ਵੀ ਸਾਡਾ ਕੁਝ ਇੱਥੇ ਹੈਗਾ ਆ, ਇਹ ਸਾਡਾ ਨਹੀਂ, ਸਾਨੂੰ ਹਿਜਰਤ ਕਰਨੀ ਪੈਣੀ, ਇਹ ਛੱਡ ਕੇ ਸਾਨੂੰ ਕਿਸੇ ਦੂਸਰੇ ਪਾਸੇ ਜਾਣਾ ਪੈਣਾ। ਇਸ ਤਰ੍ਹਾਂ ਦਾ ਸੰਦੇਸ਼ ਆਇਆ ਸੀ ਬਸ। ਤੇ ਫਿਰ ਨਾ ਇਨਸਾਨ ਪੂਰੀ ਤਰ੍ਹਾਂ ਤਿਆਰੀ ਕਰ ਸਕਦਾ ਆ, ਨਾ ਹੀ ਉਹ ਭਾਰੀ ਜਿਹੜਾ ਸਮਾਨ ਆ ਉਹ ਇਕੱਤਰ ਕਰ ਸਕਦਾ ਆ, ਤੇ ਜੋ ਕੁਝ ਵੀ ਬਣਦਾ ਸਰਦਾ ਸੀ ਉਹ ਲੈ ਕੇ ਉਸ ਦੇਸ਼ ਨੂੰ ਛੱਡ ਕੇ ਇਸ ਦੂਸਰੇ ਪਾਸੇ ਜਿਹੜਾ ਚੜ੍ਹਦਾ ਪੰਜਾਬ ਸੀ ਉਸ ਪਾਸੇ ਜਿਹੜਾ ਸੀ ਉਹਨਾਂ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ। ਤੇ ਬਹੁਤ ਸਾਰਾ ਉਦੋਂ ਕਤਲੋ ਗਾਰਤ ਹੋਇਆ ਤੇ ਹਰ ਪਾਸੇ ਜਿਹੜੀਆਂ ਲਾਸ਼ਾਂ ਸੀ ਉਹ ਵਿਛੀਆਂ ਹੋਈਆਂ ਸਨ, ਤੇ ਉਹਨਾਂ ਦਿਨਾਂ ਦੇ ਵਿੱਚ ਬਹੁਤ ਭਾਰੀ ਮੀਂਹ ਵੀ ਪੈਂਦਾ ਆ। ਉਹ ਮੀਂਹ ਦੇ ਕਰਕੇ ਜਿਹੜੀਆਂ ਬੇਅੰਤ ਲਾਸ਼ਾਂ ਆ ਉਹ ਪਾਣੀ ਦੇ ਭੇਟ ਆਪਣੇ ਆਪ ਜਿਹੜਾ ਉਹਨਾਂ ਦਾ ਪਾਣੀ ਦੇ ਵਿੱਚ ਸੰਸਕਾਰ ਹੋ ਜਾਂਦਾ ਆ। ਇਸ ਦੇ ਵਿੱਚ ਜਿਹੜੀ ਇੱਕ ਤਸਵੀਰ ਆ ਇਹ ਬਿਆਸ ਦਰਿਆ ਦੀ ਆ ਕਿ ਜਦੋਂ ਇੱਥੇ ਕਈਆਂ ਲੋਕਾਂ ਨੇ ਡੇਰਾ ਲਾਇਆ ਸੀ ਤੇ ਬਹੁਤ ਭਾਰੀ ਹੜ੍ਹ ਆ ਜਾਂਦਾ ਮੀਂਹ ਦੇ ਕਾਰਨ, ਤੇ ਹੜ੍ਹ ਦੇ ਵਿੱਚ ਵੀ ਬੜੇ ਲੋਕਾਂ ਦੀ ਜਿਹੜੀ ਜਾਨ ਆ ਉਹ ਚਲੀ ਜਾਂਦੀ ਹੈਗੀ ਆ, ਤੇ ਲਾਸ਼ਾਂ ਦੇ ਢੇਰ ਜਿਹੜੇ ਸੀ ਉਹ ਦਫਨਾਏ ਜਾਂਦੇ ਨੇ। ਇਹ ਉਹ ਦੁਖਾਂਤ ਹੈਗਾ ਜਿਸ ਦੇ ਵਿੱਚ ਦੋਵੇਂ ਪਾਸੇ ਨੁਕਸਾਨ ਹੋਇਆ, ਇਹ ਨਹੀਂ ਕਿ ਇੱਕ ਪਾਸੇ ਨੁਕਸਾਨ ਹੋਇਆ। ਤੇ ਸਿੱਖਾਂ ਨੂੰ ਸਭ ਤੋਂ ਵੱਡਾ ਨੁਕਸਾਨ ਤਾਂ ਕਰਕੇ ਹੋਇਆ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਜਿਹੜੇ ਗੁਰਦੁਆਰੇ ਗੁਰਧਾਮ ਸੀ ਉਸ ਪਾਵਨ ਧਰਤੀ ਦੇ ਉੱਤੇ ਜਿੱਥੇ ਗੁਰੂ ਪਾਤਸ਼ਾਹ ਦਾ ਜਨਮ ਹੁੰਦਾ ਆ, ਉਹ ਸਿੱਖੀ ਦੀ ਮਹਿਕ ਖਿਲਾਰਦੇ ਨੇ, ਜਿੱਥੇ ਸਿੱਖ ਰਾਜ ਦੀ ਨੀਂਹ ਰੱਖੀ ਜਾਂਦੀ ਆ ਮਹਾਰਾਜਾ ਰਣਜੀਤ ਸਿੰਘ ਦੁਆਰਾ, ਉਹ ਵੀ ਵਿਛੜ ਜਾਂਦੇ ਨੇ। ਤੇ ਪਾਕਿਸਤਾਨ ਦੇ ਇੱਕ ਕਵੀ ਹੈਗੇ ਆ ਜੀ ਫੈਜ਼ ਅਹਿਮਦ ਫੈਜ਼, ਉਹਨਾਂ ਨੇ ਜਦੋਂ ਇਹ ਸਾਰਾ ਘਟਨਾਕ੍ਰਮ ਆਪਣੀ ਅੱਖੀਂ ਦੇਖਿਆ ਕਿ ਜਿਸ ਆਜ਼ਾਦੀ ਦੀ, ਤੇ ਇਸ ਨੂੰ ਆਜ਼ਾਦੀ ਦਾ ਨਾਮ ਹੀ ਦਿੱਤਾ ਗਿਆ। ਪੰਜਾਬ ਦੇ ਲੋਕ ਇਸ ਨੂੰ ਬਟਵਾਰਾ, ਵੰਡ, ਉਜਾੜਾ ਦਾ ਨਾਮ ਵੀ ਦਿੰਦੇ ਨੇ, ਪਰ ਇਸ ਦੇ ਨਾਲ ਹੀ ਇਸ ਨੂੰ ਕਿ ਇਹ ਆਜ਼ਾਦੀ ਦਿਵਸ ਆ ਉਸ ਨਾਂ ਦੇ ਉੱਤੇ ਵੀ ਮਨਾਇਆ ਜਾਂਦਾ। ਤੇ ਫੈਜ਼ ਅਹਿਮਦ ਫੈਜ਼ ਨੇ ਆਪਣੀ ਕਾਵਿ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਜਿਸ ਆਜ਼ਾਦੀ ਦੀ ਅਸੀਂ ਕਲਪਨਾ ਕੀਤੀ ਸੀ ਇਹ ਆਜ਼ਾਦੀ ਸਾਨੂੰ ਨਹੀਂ ਮਿਲੀ। ये मेला सा उजाला, ये रात की आहत सुबह, जिसका इंतज़ार था हमें, ये वो सुबह तो नहीं। कि ਜਿਹਦੀ ਕਦੀ ਕਲਪਨਾ ਕੀਤੀ ਸੀ ਕਿ ਗੋਰੇ ਛੱਡ ਕੇ ਜਾਣਗੇ ਇਸ ਮੁਲਕ ਨੂੰ, ਆਜ਼ਾਦੀ ਆਏਗੀ, ਸਾਰਾ ਕੁਝ ਬੜਾ ਵਧੀਆ ਹੋਏਗਾ, ਜਿਹੜੀ ਇਸ ਦੇਸ਼ ਦੀ ਵਾਗ ਡੋਰਿਆ ਉਹ ਆਪਣੇ ਲੋਕਾਂ ਦੇ ਹੱਥ ਵਿੱਚ ਆਏਗੀ, ਪਰ ਇੰਨਾ ਵੱਡਾ ਦੁਖਾਂਤ ਵਾਪਰਿਆ ਕਿ ਇਸ ਦੁਖਾਂਤ ਨੇ ਉਸ ਸੱਜਰੀ ਸਵੇਰ ਨੂੰ ਜਿਹੜਾ ਸੀ ਉਹ ਮੈਲਾ ਕਰ ਦਿੱਤਾ। ਤੇ ਅਰਦਾਸ ਦੇ ਵਿੱਚ ਜਿਹੜੀਆਂ ਪੰਕਤੀਆਂ ਜੋੜੀਆਂ ਗਈਆਂ ਨੇ ਸ਼੍ਰੀ ਨਨਕਾਣਾ ਸਾਹਿਬ, ਜੇ ਅਸੀਂ ਸਿੱਖ ਅਰਦਾਸ ਵੱਲ ਧਿਆਨ ਨਾਲ ਵੇਖੀਏ ਤੇ ਇਸ ਅਰਦਾਸ ਦੇ ਵਿੱਚ ਦੋ ਸ਼ਹਿਰਾਂ ਦਾ ਨਾਮ ਦਾ ਜ਼ਿਕਰ ਕੀਤਾ ਜਾਂਦਾ, ਇੱਕ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਤੇ ਦੂਸਰਾ ਨਨਕਾਣਾ ਸਾਹਿਬ। ਇਹ ਪਾਵਨ ਧਰਤੀ ਆ ਜਿੱਥੇ ਗੁਰੂ ਨਾਨਕ ਪਾਤਸ਼ਾਹ ਦਾ 1469 ਈਸਵੀ ਨੂੰ ਪ੍ਰਕਾਸ਼ ਹੁੰਦਾ ਹੈ। ਤੇ ਇਹ ਜਿਹੜੀ ਪਾਵਨ ਗੁਰਦੁਆਰੇ ਦੀ ਇਮਾਰਤ ਹੈਗੀ ਹੈ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਵਿੱਚ 1819-20 ਦੇ ਕਰੀਬ ਜਿਹੜੀ ਸੀ ਉਹ ਬਣੀ ਸੀ। ਤੇ ਇਸ ਘਟਨਾ, ਇਸ ਪਾਵਨ ਅਸਥਾਨ ਦੇ ਉੱਤੇ ਵੀ ਬੜਾ ਕੁਝ ਵਾਪਰਿਆ। ਜੇ ਸਾਰਿਆਂ ਨੂੰ ਸਾਕਾ ਨਨਕਾਣਾ ਸਾਹਿਬ ਯਾਦ ਹੋਏਗਾ ਉਹ ਵਾਕਿਆ ਕਿ ਜਦੋਂ ਮਹੰਤ ਨਾਰਾਇਣ ਦਾਸ ਨੇ ਇਸ ਗੁਰਧਾਮ ਦੀ ਗੁਰਦੁਆਰੇ ਦੀ ਜਿਹੜਾ ਪ੍ਰਬੰਧ ਸੀ ਉਹਨੂੰ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਲਈ ਬਹੁਤ ਸਾਰੇ ਸਿੱਖਾਂ ਦਾ ਕਤਲੇਆਮ ਵੀ ਕੀਤਾ ਸੀ। ਖੈਰ ਅਸੀਂ ਉਸ ਪਾਸੇ ਨਹੀਂ ਜਾਣਾ, ਉਹ ਇੱਕ ਆਪਣੇ ਆਪ ਦੇ ਵਿੱਚ ਹੀ ਬੜਾ ਵੱਡਾ ਜਿਹੜਾ ਵਿਸ਼ਾ ਹੈਗਾ ਆ। ਤੇ ਸਿੱਖ ਅਰਦਾਸ ਦੇ ਵਿੱਚ ਜਿਹੜਾ ਇਹ ਬੰਦ ਸੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ, ਕਿ ਸਾਰੇ ਗੁਰਦੁਆਰਿਆਂ ਦਾ ਨਾਮ ਜਿਹੜਾ ਆ ਉਹਦਾ ਨਾਮਕਰਨ ਅਰਦਾਸ ਵਿੱਚ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਆ, ਕਿਉਂਕਿ ਬਹੁਤ ਲੰਬਾ ਇਹ ਸਿਲਸਿਲਾ ਚੱਲ ਜਾਏਗਾ। ਤੇ ਤਕਰੀਬਨ ਪਾਕਿਸਤਾਨ ਦੇ ਹਰ ਖੇਤਰ ਦੇ ਵਿੱਚ ਜਿਹੜਾ ਸੀ ਉਹ ਸਿੱਖਾਂ ਦੇ ਗੁਰਦੁਆਰੇ ਤੇ ਗੁਰਧਾਮ ਜਿਹੜੇ ਸੀ ਉਹ ਸਥਿਤ ਹੈਗੇ ਸਨ। ਨਨਕਾਣਾ ਸਾਹਿਬ ਦੇ ਵਿੱਚ ਹੀ ਬੜੇ ਗੁਰਦੁਆਰਾ ਸਾਹਿਬ ਨੇ। ਜਨਮ ਸਥਾਨ ਤੋਂ ਇਲਾਵਾ ਕਿਆਰਾ ਸਾਹਿਬ ਵੀ ਹੈਗਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਖੇਤੀ ਕੀਤੀ ਸੀ, ਮੱਝੀਆਂ ਚਾਰੀਆਂ ਸਨ। ਗੁਰਦੁਆਰਾ ਪੱਟੀ ਸਾਹਿਬ ਵੀ ਹੈਗਾ ਜੀ ਜਿੱਥੇ ਗੁਰੂ ਪਾਤਸ਼ਾਹ ਪੜ੍ਹਨ ਗਏ ਸਨ। ਸੋ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੇ ਵਿਖੇ, ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਦੇ ਵਿੱਚ, ਉੱਚ ਸ਼ਰੀਫ
ਜਿੱਥੇ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਗਏ ਜਾਂ ਦੂਸਰੇ ਗੁਰੂ ਸਾਹਿਬਾਨ ਨੇ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਹੋਈ ਸੀ, ਗੁਰਦੁਆਰਾ ਚੂਨਾ ਮੰਡੀ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਸੀ ਉਹ ਪ੍ਰਕਾਸ਼ ਹੋਇਆ ਸੀ, ਤੇ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਗੁਰਦੁਆਰੇ ਸੀ ਉਹ ਸਿੱਖਾਂ ਤੋਂ ਵਿਛੜ ਗਏ, ਜਿਹੜੇ ਇਤਿਹਾਸਕ ਵੀ ਸੀ ਤੇ ਜਾਂ ਜਿਹੜੇ ਖੇਤਰੀ ਲੋਕ ਸਨ ਉਹਨਾਂ ਦੁਆਰਾ ਜਿਹੜੇ ਬਣਾਏ ਗਏ ਸੀ। ਤੇ ਅਰਦਾਸ ਦੇ ਇਸ ਬੰਦ ਨੂੰ ਜਿਹੜਾ ਹੈਗਾ ਆ 25 ਜਨਵਰੀ 1952 ਨੂੰ ਇੱਕ ਗੁਰਮਤਾ ਕੀਤਾ ਗਿਆ ਕਿ ਇਸ ਬੰਦ ਨੂੰ ਜੋੜਿਆ ਜਾਏ। ਅਰਦਾਸ ਦੇ ਵਿੱਚ ਇਹ ਜਾਚਨਾ ਕੀਤੀ ਜਾਏ ਕਿ ਸਿੱਖਾਂ ਨੂੰ ਖਾਲਸਾ ਪੰਥ ਨੂੰ ਇਹਨਾਂ ਗੁਰਦੁਆਰਿਆਂ ਗੁਰਧਾਮਾਂ ਦਾ ਜਿਹੜਾ ਸੇਵਾ ਸੰਭਾਲ ਦਾ ਦਾਨ ਆ ਉਹ ਬਖਸ਼ਿਸ਼ ਕੀਤਾ ਜਾਏ। ਸੋ ਇਹ ਉਹ ਵਿਛੋੜੇ ਦੀ ਦਾਸਤਾਨ ਦੇ ਵਿੱਚੋਂ ਨਿਕਲਿਆ ਹੋਇਆ ਬੰਦ ਆ ਜਿਹੜਾ 1952 ਤੋਂ ਬਾਅਦ ਸਿੱਖਾਂ ਨੇ ਆਪਣੀ ਅਰਦਾਸ ਦੇ ਵਿੱਚ ਜਿਹੜਾ ਸੀ ਉਹ ਜੋੜਿਆ, ਤੇ ਇਸ ਦੀ ਕਾਮਨਾ ਜਿਹੜੀ ਹੈਗੀ ਆ ਉਹ ਰੋਜ਼ ਕੀਤੀ ਜਾਂਦੀ ਆ। ਤੇ ਇਹਦੇ ਵਿੱਚ ਜਿਹੜਾ ਸ਼ਬਦ ਹੈ ਨਾ ਵਿਛੋੜਿਆ ਗਿਆ, ਇਹਦੇ ਵੱਲ ਧਿਆਨ ਦੇਣ ਦੀ ਲੋੜ ਆ ਕਿ ਸਿੱਖ ਵਿਛੜਨਾ ਨਹੀਂ ਸੀ ਚਾਹੁੰਦੇ, ਉਹਨਾਂ ਨੂੰ ਵਿਛੋੜ ਦਿੱਤਾ ਗਿਆ, ਕੁਝ ਕਾਰਨ ਇਸ ਤਰ੍ਹਾਂ ਦੇ ਹੋਏ, ਤੇ ਇਸ ਦੀ ਜਾਚਨਾ ਜਿਹੜੀ ਆ ਉਹ ਰੋਜ਼ ਸਿੱਖ ਆਪਣੀ ਅਰਦਾਸ ਦੇ ਵਿੱਚ ਕਰਦਾ ਆ। ਤੇ ਇਸ ਤੋਂ ਅੱਗੇ ਜਿਹੜਾ ਬੰਦ ਆਉਂਦਾ ਆ ਜੀ, ਇਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਦੇ ਹਜ਼ੂਰ। ਸੋ ਇੱਥੋਂ ਇਸ ਤੋਂ ਪਹਿਲਾਂ ਤੱਕ ਜਿਹੜੀ ਆ ਪੰਥਕ ਅਰਦਾਸ ਚੱਲ ਰਹੀ ਆ, ਤੇ ਇਸ ਬੰਦ ਦੇ ਵਿੱਚ ਜਦੋਂ ਅਰਦਾਸ ਦੀ ਸੰਪੂਰਨਤਾ ਹੁੰਦੀ ਆ, ਇਸ ਦੇ ਵਿੱਚ ਸਿੱਖ ਜਿਸ ਵੀ ਕਾਰਜ ਲਈ ਅਰਦਾਸ ਕਰ ਰਿਹਾ ਉਸ ਕਾਰਜ ਦਾ ਜਿਹੜਾ ਨਾਮ ਆ ਉਹ ਦਰਜ ਕੀਤਾ ਜਾਂਦਾ ਹੈ। ਜੇ ਸਹਿਜ ਪਾਠ ਚੱਲ ਰਿਹਾ, ਅਖੰਡ ਪਾਠ ਚੱਲ ਰਿਹਾ, ਕੋਈ ਬਰਸੀ ਮਨਾਈ ਜਾ ਰਹੀ ਹੈਗੀ, ਕੋਈ ਗੁਰਪੁਰਬ ਮਨਾਇਆ ਜਾ ਰਿਹਾ ਹੈਗਾ ਆ, ਫਿਰ ਉਸ ਦੀ ਜਿਹੜੀ ਹੈਗੀ ਆ ਇੱਥੇ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਂਦੀ ਹੈਗੀ ਆ। ਤੇ ਇਸ ਤੇ ਇੱਕ ਸ਼ਬਦ ਨੂੰ ਹੁਣ ਜਿਹੜਾ ਧਿਆਨ ਨਾਲ ਵਾਚਣਾ ਸਾਧ ਸੰਗਤ ਕਿ ਜਦੋਂ ਗੁਰੂ ਅੱਗੇ ਅਰਦਾਸ ਕਰਨੀ ਆ ਤੇ ਉਸ ਵੇਲੇ ਸਿੱਖ ਦੀ ਜਿਹੜੀ ਮਨ ਦੀ ਬਿਰਤੀ ਆ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਕਿਹਾ ਜਾਂਦਾ ਹੈ ਨਿਮਾਣਿਆਂ ਦੇ ਮਾਣ। ਗੁਰਬਾਣੀ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਸਿੱਖ ਨੂੰ ਇਹ ਤਾਕੀਦ ਕੀਤੀ ਆ, ਇੱਕ ਸਾਧਕ ਨੂੰ ਤਾਕੀਦ ਕੀਤੀ ਆ ਕਿ ਜਦੋਂ ਵੀ ਗੁਰਦੁਆਰੇ ਆਉਣਾ, ਗੁਰੂ ਦੇ ਲੜ ਲੱਗਣਾ, ਤੇ ਮਾਣ ਵਸ ਹੰਕਾਰ ਵਸ ਹੋ ਕੇ ਨਹੀਂ ਨਿਮਾਣੇ ਬਣ ਕੇ ਆਉਣਾ। ਹੋਏ ਨਿਮਾਣੇ ਢਹਿ ਪਵਾਂ ਦਰਗੇ ਮਾਣ ਨਿਮਾਣਾ, ਕਿ ਨਿਮਾਣੇ ਬਣ ਕੇ ਆਉਣਾ ਆ। ਜਦੋਂ ਅਸੀਂ ਸਿੱਖ ਇਤਿਹਾਸ ਦੀ ਸਾਖੀਆਂ ਵੱਲ ਵੇਖਦੇ ਹੈਗੇ ਆ, ਤੇ ਜਿਹੜੇ ਵੀ ਨਿਮਾਣੇ ਬਣ ਕੇ ਗੁਰੂ ਦੇ ਦਰ ਤੇ ਆਉਂਦੇ ਨੇ ਬਖਸ਼ਿਸ਼ ਲੈਣ ਦੇ ਲਈ, ਅਰਦਾਸ ਕਰਨ ਦੇ ਲਈ, ਫਿਰ ਉਹਨਾਂ ਦੀ ਅਰਦਾਸ ਜਿਹੜੀ ਆ ਉਹ ਥਾਏ ਪੈਂਦੀ ਆ। ਇੱਕ ਸਾਖੀ ਆਉਂਦੀ ਆ ਜੀ ਮਾਤਾ ਗੰਗਾ ਜੀ ਵਾਲੀ। ਮਾਤਾ ਗੰਗਾ ਜੀ ਜਦੋਂ ਬਾਬਾ ਬੁੱਢਾ ਜੀ ਪਾਸੋਂ ਅਸੀਸ ਲੈਣ ਜਾਂਦੇ ਨੇ, ਅਰਦਾਸ ਕਰਨ ਲਈ ਜਾਂਦੇ ਨੇ, ਤੇ ਉਸ ਦੇ ਵਿੱਚ ਜਿਹੜਾ ਸੰਦੇਸ਼ ਮਿਲ ਰਿਹਾ ਆ ਉਹ ਇਹੋ ਹੀ ਆ ਕਿ ਜਦੋਂ ਕੋਈ ਆਪਣੀ ਵਡਿਆਈ ਦੀ ਸ਼ੋਭਾ ਦੇ ਵਿੱਚ ਗੁਰੂ ਦੇ ਘਰ ਦੇ ਉੱਤੇ ਜਾਂਦਾ, ਦਰ ਦੇ ਉੱਤੇ ਜਾਂਦਾ, ਜਾਂ ਕਿਸੇ ਕੋਲ ਅਰਦਾਸ ਕਰਨ ਲਈ ਜਾਂਦਾ, ਤੇ ਉਹ ਅਰਦਾਸ ਜਿਹੜੀ ਆ ਉਹ ਕਦੇ ਵੀ ਕਬੂਲ ਨਹੀਂ ਹੁੰਦੀ। ਜਦੋਂ ਨਿਮਾਣਾ ਬਣ ਕੇ ਕਿਸੇ ਦਰ ਦੇ ਉੱਤੇ ਜਾਣਾ ਆ, ਤੇ ਉਦੋਂ ਜਿਹੜੀ ਗੁਰੂ ਪਾਤਸ਼ਾਹ ਨੇ ਅਰਦਾਸ ਦੀ ਜਿਹੜੀ ਆ ਉਹ ਰਸਵਾਈ ਕਰਨੀ ਆ, ਉਹਦਾ ਪੂਰਾ ਹੋਣਾ ਆ ਉਸ ਅਰਦਾਸ ਨੇ। ਤੇ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਤਾਕੀਦ ਵੀ ਕਰਦੇ ਨੇ, ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾ ਤੇਰੀ ਬਾਣੀ। ਕਿ ਮੈਂ ਨਿਮਾਣਾ ਆ, ਹੋਏ ਨਿਮਾਣਾ ਢਹਿ ਪਵਾਂ, ਕਿ ਜਦੋਂ ਵੀ ਗੁਰੂ ਦੇ ਦਰ ਤੇ ਆਉਣਾ ਨਿਮਾਣੇ ਬਣ ਕੇ ਆਉਣਾ। ਕਿਉਂਕਿ ਇੱਕ ਇਨਸਾਨ ਦੇ ਮਨ ਦੀ ਆਮ ਜੀ ਪ੍ਰਵਿਰਤੀ ਹੁੰਦੀ ਆ, ਇਹ ਆਪਣੇ ਆਪ ਦੇ ਉੱਤੇ ਬੜੀਆਂ ਚੀਜ਼ਾਂ ਕਰਕੇ ਮਾਣ ਕਰਦਾ। ਕਿਸੇ ਨੂੰ ਪੈਸੇ ਦਾ ਮਾਣ ਹੁੰਦਾ, ਕਿਸੇ ਨੂੰ ਕਿਸੇ ਸਟੇਟਸ ਦਾ ਮਾਣ ਹੁੰਦਾ, ਕਿਸੇ ਨੂੰ ਭੈਣ ਭਰਾਵਾਂ ਦਾ ਮਾਣ ਹੁੰਦਾ ਆ, ਕਿਸੇ ਨੂੰ ਆਪਣੇ ਅਹੁਦੇ ਦਾ ਰੁਤਬੇ ਦਾ ਮਾਣ ਹੁੰਦਾ, ਕਿਸੇ ਨੂੰ ਸਰੀਰ ਦਾ ਮਾਣ ਹੁੰਦਾ। ਪਰ ਜਿੰਨਾ ਚਿਰ ਤੱਕ ਇਹ ਮਾਣ ਸਾਡੇ ਅੰਦਰ ਨੇ ਉਨਾ ਚਿਰ ਤੱਕ ਗੁਰੂ ਦੇ ਦਰ ਤੇ ਅਸੀਂ ਕਬੂਲ ਨਹੀਂ ਹੋ ਸਕਦੇ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਮੇਰਾ ਮਾਣ, ਮੇਰਾ ਆਸਰਾ, ਮੇਰਾ ਸਹਾਰਾ ਸਿਰਫ ਮੇਰਾ ਵਾਹਿਗੁਰੂ ਹੈ। ਤੇ ਅਰਦਾਸ ਕੇਵਲ ਤੇ ਕੇਵਲ ਉਸ ਵਾਹਿਗੁਰੂ ਦੇ ਅੱਗੇ ਕਰਨੀ ਆ ਜਿਹਦੀ ਬਾਣੀ, ਜਿਹਦੇ ਬਚਨ ਸਾਨੂੰ ਆਤਮਿਕ ਜੀਵਨ ਦਿੰਦੇ ਨੇ। ਇਹ ਨਿਮਾਣਿਆਂ ਦੇ ਮਾਣ। ਅੱਗੋਂ ਕਿਹਾ ਜਾਂਦਾ ਜੀ ਨਿਤਾਣਿਆਂ ਦੇ ਤਾਣ। ਤਾਣ ਹੁੰਦਾ ਜੀ ਤਾਕਤ, ਸ਼ਕਤੀ, ਕਿ ਮੈਂ ਗੁਰੂ ਦੇ ਦਰ ਤੇ ਆ ਕੇ ਬਿਲਕੁਲ ਸ਼ਕਤੀਹੀਣ ਆ, ਮੇਰੇ ਅੰਦਰ ਕੋਈ ਤਾਕਤ ਨਹੀਂ ਹੈਗੀ। ਕਿਸੇ ਵੀ ਤਾਕਤ ਦਾ ਜਿਹੜਾ ਆ ਉਹ ਮਾਣ ਲੈ ਕੇ ਗੁਰੂ ਘਰ ਦੇ ਵਿੱਚ ਨਹੀਂ ਆਉਣਾ। ਜਦੋਂ ਅਸੀਂ ਗੁਰੂ ਘਰ ਦੀਆਂ ਸਾਖੀਆਂ ਦੇਖਦੇ ਹਾਂ, ਭਾਈ ਬਚਿੱਤਰ ਸਿੰਘ ਦੀ ਉਹ ਸਾਖੀ ਯਾਦ ਕਰਨਾ ਜਦੋਂ ਉਹਨਾਂ ਨੇ ਇੱਕ ਨਾਗਣੀ ਦੇ ਨਾਲ ਇੱਕ ਹਾਥੀ ਦਾ ਮੁਕਾਬਲਾ ਕੀਤਾ ਸੀ। ਉਹ ਮਸਤ ਹਾਥੀ ਜਿਸ ਨੇ ਸ਼ਰਾਬ ਪੀਤੀ ਹੋਈ ਆ, ਤੇ ਪਹਾੜੀ ਰਾਜੇ ਉਹਨੂੰ ਵਰਤ ਰਹੇ ਨੇ,
ਅਨੰਦਪੁਰ ਸਾਹਿਬ ਦੇ ਕਿਲੇ ਦੀ ਘੇਰਾਬੰਦੀ ਤੋੜਨ ਦੇ ਲਈ। ਹੁਣ ਭਾਈ ਬਚਿੱਤਰ ਸਿੰਘ ਦੇ ਅੰਦਰ ਉਹ ਤਾਕਤ ਨਹੀਂ ਹੈਗੀ ਕਿ ਉਹ ਹਾਥੀ ਦਾ ਮੁਕਾਬਲਾ ਕਰ ਸਕੇ, ਪਰ ਉਹਨਾਂ ਦੇ ਅੰਦਰ ਗੁਰੂ ਤੇ ਭਰੋਸਾ ਹੈਗਾ ਆ ਕਿ ਮੇਰੇ ਗੁਰੂ ਦੀ ਬਖਸ਼ਿਸ਼ ਦੇ ਨਾਲ ਸਾਰਾ ਕੁਝ ਸੰਪੂਰਨ ਹੋ ਜਾਏਗਾ। ਇਹ ਗੁਰੂ ਦੀ ਬਖਸ਼ਿਸ਼ ਦੇ ਉੱਤੇ ਭਰੋਸਾ ਹੈਗਾ ਆ, ਕਿਉਂਕਿ ਭਾਈ ਬਚਿੱਤਰ ਸਿੰਘ ਨੂੰ ਇਹ ਪਤਾ ਕਿ ਜਿਹੜਾ ਮੇਰੇ ਗੁਰੂ ਦਾ ਥਾਪੜਾ ਉਹ ਇੱਕ ਹਾਥੀ ਕੀ ਮੈਨੂੰ 100 ਹਾਥੀਆਂ ਨਾਲ ਵੀ ਲੜਾਉਣ ਦੀ ਜਿਹੜੀ ਤਾਕਤ ਆ ਉਹ ਦਿੰਦਾ ਹੈ। ਸੋ ਇਸ ਕਰਕੇ ਜਦੋਂ ਵੀ ਗੁਰੂ ਦੇ ਦਰ ਤੇ ਆਉਣਾ ਆ, ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੇਰਾ ਸਹਾਰਾ ਮੇਰੀ ਸ਼ਕਤੀ ਇਹ ਵਾਹਿਗੁਰੂ ਤੁਸੀਂ ਹੋ, ਤੇ ਜਦੋਂ ਮੈਂ ਤੁਹਾਡੇ ਅੱਗੇ ਆਉਣਾ ਫਿਰ ਤੇਰੇ ਦਰ ਤੋਂ ਇਲਾਵਾ ਮੈਂ ਕਿਸੇ ਦੂਸਰੇ ਦਰ ਤੇ ਅਰਦਾਸ ਨਹੀਂ ਕਰਦਾ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਇਹ ਬੜੀ ਜ਼ਿੰਦਗੀ ਦੀ ਸੱਚਾਈ ਨੂੰ ਖੋਲ੍ਹਣ ਵਾਲੀ ਗੁਰਬਾਣੀ ਦੀ ਪੰਕਤੀ ਆ ਕਿ ਲਾਈਫ ਦੇ ਵਿੱਚ ਸੁੱਖ ਹੋਏ ਦੁੱਖ ਹੋਏ, ਕੇਵਲ ਤੇ ਕੇਵਲ ਜਿਹੜਾ ਪੱਲਾ ਹੈਗਾ ਆ ਉਹ ਇੱਕ ਵਾਹਿਗੁਰੂ ਦਾ ਫੜਨਾ ਹੈ, ਕਿਸੇ ਦੂਸਰੇ ਦਰ ਤੇ ਨਹੀਂ ਜਾਣਾ। ਤੇ ਜਦੋਂ ਇਤਿਹਾਸ ਦੀ ਉਹ ਘਟਨਾ ਵਾਪਰਦੀ ਆ, ਜਦੋਂ ਬਾਦਸ਼ਾਹ ਹਮਾਯੂ ਜਿਹੜਾ ਆ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਆਉਂਦਾ ਆ, ਤੇ ਉਹ ਵਾਕਿਆ ਯਾਦ ਕਰਨਾ ਜਦੋਂ ਉਹ ਗੁੱਸੇ ਵਿੱਚ ਆ ਕੇ ਆਪਣੀ ਤਲਵਾਰ ਨੂੰ ਹੱਥ ਪਾਉਂਦਾ, ਤੇ ਗੁਰੂ ਪਾਤਸ਼ਾਹ ਨੇ ਉੱਥੇ ਉਹਨੂੰ ਬਿਲਕੁਲ ਇਹ ਤਾਕੀਦ ਕੀਤੀ ਸੀ ਕਿ ਜਿਹੜੀ ਤਲਵਾਰ, ਜਿਹੜਾ ਤਾਣ, ਜਿਹੜੀ ਸ਼ਕਤੀ ਤੈਨੂੰ ਜੰਗ ਦੇ ਮੈਦਾਨ ਦੇ ਵਿੱਚ ਵਰਤਣੀ ਚਾਹੀਦੀ ਸੀ, ਉਹ ਤੂੰ ਗੁਰੂਆਂ ਸੰਤਾਂ ਪੁਰਸ਼ਾਂ ਦੇ ਸਥਾਨ 'ਤੇ ਆ ਕੇ ਵਰਤ ਰਿਹਾ, ਜੋ ਬਿਲਕੁਲ ਉਚਿਤ ਨਹੀਂ ਹੈਗਾ। ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਵੀ ਹੁੰਦਾ ਆਪਣੀ, ਕਿ ਉਸਨੇ ਜਿਹੜੀ ਤਾਕਤ ਦੀ ਵਰਤੋਂ ਆ ਗਲਤ ਦਰ 'ਤੇ ਕਰਨੀ। ਸੋ ਜਦੋਂ ਗੁਰੂ ਅੱਗੇ ਅਰਦਾਸ ਕਰਨੀ ਆ, ਸਾਡਾ ਸੁੱਖ ਹੋਏ ਦੁੱਖ ਹੋਏ, ਕਿਉਂਕਿ ਜਦੋਂ ਇਨਸਾਨ ਨੂੰ ਦੁੱਖ ਹੁੰਦਾ ਨਾ, ਦੁੱਖ ਦੇ ਵਿੱਚ ਇਨਸਾਨ ਬੜੇ ਦਰਾਂ 'ਤੇ ਕਿਸੇ ਵੇਲੇ ਭਟਕ ਜਾਂਦਾ ਹੈ। ਇੱਕ ਦਰ ਨੂੰ ਛੱਡ ਕੇ ਕਿਸੇ ਦੂਸਰੇ ਦਰ ਦੇ ਉੱਤੇ ਵੀ ਮੱਥੇ ਰਗੜਨੇ ਸ਼ੁਰੂ ਕਰ ਦਿੰਦਾ ਆ। ਪਰ ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਬਹੁਤ ਸਾਰੀਆਂ ਪੰਕਤੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਿੱਖ ਨੂੰ ਬਿਲਕੁਲ ਸਮਝਾਉਂਦੀਆਂ ਨੇ ਕਿ ਇੱਕ ਦਾ ਦਰ ਨਹੀਂ ਛੱਡਣਾ, ਭਾਵੇਂ ਜੀਵਨ ਦੇ ਵਿੱਚ ਖੁਸ਼ੀ ਹੋਏ ਜਾਂ ਦੁੱਖ ਹੋਏ। ਜੇ ਆਪਣੇ ਇਤਿਹਾਸ ਵੱਲ ਜਦੋਂ ਅਸੀਂ ਦੇਖਦੇ ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਦੁਨਿਆਵੀ ਤੌਰ 'ਤੇ ਸਭ ਕੁਝ ਖਤਮ ਹੋ ਜਾਂਦਾ ਆ, ਅਨੰਦਪੁਰ ਸਾਹਿਬ ਛੱਡਿਆ ਜਾਂਦਾ ਆ, ਛੋਟੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ, ਮਾਤਾ ਗੁਜਰੀ ਵਿਛੜ ਜਾਂਦੇ ਨੇ, ਤੇ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਇੱਕ ਜ਼ਫਰਨਾਮਾ ਲਿਖਿਆ ਸੀ। ਉਸ ਜ਼ਫਰਨਾਮੇ ਦੇ ਜਿਹੜੇ ਬੋਲ ਨੇ ਕਿ ਉਹਦੇ ਵਿੱਚ ਗੁਰੂ ਪਾਤਸ਼ਾਹ ਦੀ ਜਿਹੜੀ ਪਹਿਲੇ ਉਹਦੇ 10-11 ਬੰਦ ਹੈਗੇ ਨੇ, ਸ਼ੇਰ ਹੈਗੇ ਨੇ, ਉਹਨਾਂ ਵਿੱਚ ਪਰਮਾਤਮਾ ਦੇ ਵਿੱਚ ਬਹੁਤ ਵੱਡੀ ਆਸਥਾ ਦਾ ਜਿਹੜਾ ਪ੍ਰਗਟਾਅ ਆ ਉਹ ਗੁਰੂ ਪਾਤਸ਼ਾਹ ਕਰਦੇ ਨੇ। ਕਮਾਲੇ ਕਰਾਮਾਤ ਕਾਇਮ ਕਰੀ, ਉਹਦੇ ਸਾਰੇ ਵਿੱਚ ਗੁਰੂ ਪਾਤਸ਼ਾਹ ਦੀ ਜਿਹੜੀ ਆਸਥਾ ਆ ਕਿ ਜਦੋਂ ਇਨਸਾਨ ਦਾ ਸਭ ਕੁਝ ਖਤਮ ਵੀ ਹੋ ਜੇ ਤੇ ਉਸ ਦਾ ਜਿਹੜਾ ਵਿਸ਼ਵਾਸ ਆ ਉਹ ਕਦੇ ਅਕਾਲ ਪੁਰਖ ਤੋਂ ਡੋਲਣਾ ਨਹੀਂ ਚਾਹੀਦਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਕੋਈ ਗਿਲਾ ਨਹੀਂ ਹੈ, ਕੋਈ ਸ਼ਿਕਵਾ ਨਹੀਂ ਹੈਗਾ, ਸਾਰਾ ਕੁਝ ਜਾਣ ਤੋਂ ਬਾਅਦ ਵੀ। ਤੇ ਇਸੇ ਤਰ੍ਹਾਂ ਹੀ ਜਦੋਂ ਸਿੱਖ ਨੇ ਅਰਦਾਸ ਕਰਨੀ ਆ ਤੇ ਨਿਤਾਣੇ ਹੋ ਕੇ ਕਰਨੀ ਆ, ਕਿਸੇ ਤਾਨ ਦੇ ਵਿੱਚ, ਕਿਸੇ ਸ਼ਕਤੀ ਦੇ ਹੰਕਾਰ ਦੇ ਵਿੱਚ ਨਹੀਂ ਕਰਨੀ। ਅੱਗੇ ਕਿਹਾ ਜਾਂਦਾ ਜੀ, ਨਿਓਟਿਆਂ ਦੀ ਓਟ, ਓਟ ਹੁੰਦੀ ਸਹਾਰਾ, ਜਿਸ ਨੂੰ ਕਿਸੇ ਦਾ ਸਹਾਰਾ ਨਾ ਹੋਏ ਉਸ ਨੂੰ ਵਾਹਿਗੁਰੂ ਸਹਾਰਾ ਦਿੰਦਾ ਹੈਗਾ। ਇਹ ਬਹੁਤ ਵੱਡੀ ਗੱਲ ਆ ਕਿ ਜਦੋਂ ਇਨਸਾਨ ਕੋ ਸਹਾਰੇ ਖਤਮ ਹੋ ਜਾਂਦੇ ਨੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੂਕੇ ਸਭ ਅਸਰਾਉ, ਚਿਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਾਤੀ ਤੱਤੀ ਵਾਹ ਨਹੀਂ ਲੱਗਦੀ। ਫਿਰ ਗੁਰੂ ਪਾਤਸ਼ਾਹ ਕਹਿੰਦੇ, ਜਦੋਂ ਤੇਰੇ ਕੋ ਸਭ ਆਸਰੇ, ਸਾਰੇ ਹੀਲੇ ਵਸੀਲੇ ਖਤਮ ਹੋ ਜਾਣਾ, ਜੇ ਤੇਰੇ ਉਸ ਸਮੇਂ ਵੀ ਮਨ ਦੇ ਵਿੱਚ ਵਾਹਿਗੁਰੂ ਪ੍ਰਤੀ ਆਸਥਾ ਵੱਧ ਜੇ ਤੇ ਫਿਰ ਤੇਰਾ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਤੇ ਜਦੋਂ ਵੀ ਸਹਾਰਾ ਮੰਗਣਾ, ਓਟ ਮੰਗਣੀ ਆ, ਉਸ ਵਾਹਿਗੁਰੂ ਨੂੰ ਜਿਹੜਾ ਨਿਓਟਿਆਂ ਦੀ ਓਟ ਆ, ਜਿਸ ਨੂੰ ਜੀਵਨ ਦੇ ਵਿੱਚ ਕਦੀ ਕਿਸੇ ਨੇ ਸਹਾਰਾ ਨਾ ਦਿੱਤਾ ਹੋਏ, ਵਾਹਿਗੁਰੂ ਉਹਦਾ ਵੀ ਸਹਾਰਾ ਬਣਦਾ ਆ। ਸਿੱਖ ਇਤਿਹਾਸ ਦੇ ਵਿੱਚ, ਸਾਖੀ ਸਾਹਿਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਵੀ ਗੱਲ ਨਾਲ ਲਾਇਆ ਜਿਨ੍ਹਾਂ ਨੂੰ ਬੜੇ ਪਿੰਡ ਵਾਲਿਆਂ ਨੇ ਬਾੜ ਕੱਢਿਆ ਹੈਗਾ ਸੀ। ਇੱਕ ਕੋੜੀ ਫਕੀਰ ਦੀ ਸਾਖੀ ਆਉਂਦੀ ਆ ਜੀ, ਦੀਪਾਲਪੁਰ ਪਿੰਡ ਜਿਹੜਾ ਗੋਇੰਦਵਾਲ ਸਾਹਿਬ ਦੇ ਕੋਲ ਹੈਗਾ, ਉਸ ਸਥਾਨ ਦੀ ਇਹ ਸਾਖੀ ਆ ਕਿ ਉਸ ਨੂੰ ਬਾਹਰ ਕੱਢ ਦਿੰਦੇ ਨੇ ਤੇ ਗੁਰੂ ਪਾਤਸ਼ਾਹ ਉਸ ਨੂੰ ਆਪਣੇ ਗਲ ਦੇ ਨਾਲ ਲਾਉਂਦੇ ਨੇ ਜਾ ਕੇ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬੜੇ ਕੋੜੀ ਘਰ ਬਣਾਏ, ਬਿਰਧ ਆਸ਼ਰਮ ਬਣਾਏ, ਦਵਾਖਾਨੇ ਬਣਾਏ ਕਿ ਲੋਕਾਂ ਨੂੰ ਗਲ ਦੇ ਨਾਲ ਲਾਉਣ ਲਈ, ਉਹਨਾਂ ਨੂੰ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਸੀ ਹੈਗਾ। ਤੇ ਓਟ
ਹਮੇਸ਼ਾ ਉਸ ਵਾਹਿਗੁਰੂ ਤੇ ਰੱਖਣੀ ਆ ਜਿਸ ਦੀ ਤਾਕੀਦ ਬਾਣੀ 'ਚ ਕੀਤੀ ਜਾਂਦੀ ਆ। ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ, ਤੁਝ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀ। ਇਹਦੇ ਵਿੱਚ ਭਾਵੇਂ ਦੁੱਖ ਸੁੱਖ ਹੋਏ, ਭਾਵੇਂ ਮਾਣ ਦੀ ਗੱਲ ਹੋਏ, ਭਾਵੇਂ ਤਾਣ ਦੀ ਗੱਲ ਹੋਏ, ਭਾਵੇਂ ਓਟ ਦੀ ਗੱਲ ਹੋਏ, ਭਾਵੇਂ ਅਰਦਾਸ ਦੀ ਗੱਲ ਹੋਏ, ਆਸਰਾ ਸਿਰਫ ਇੱਕ ਤੇ ਰੱਖਣਾ, ਵਿਸ਼ਵਾਸ ਸਿਰਫ ਇੱਕ ਤੇ ਰੱਖਣਾ। ਸਮਾਂ ਕੋਈ ਵੀ ਹੋਏ, ਸੁੱਖ ਦਾ ਹੋਏ ਭਾਵੇਂ ਦੁੱਖ ਦਾ ਹੋਏ। ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ। ਹੈ ਵਾਹਿਗੁਰੂ ਤੂੰ ਮੇਰਾ ਸਹਾਰਾ ਆ, ਤੂੰ ਹੀ ਮੇਰਾ ਮਾਣ ਆ। ਤੁਧ ਬਿਨ ਦੂਜਾ ਅਵਰ ਨਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜਿੰਨਾ ਕੁਝ ਵੀ ਇਸ ਸੰਸਾਰ ਦੇ ਵਿੱਚ ਚੱਲ ਰਿਹਾ ਇਹ ਤੇਰਾ ਪੈਦਾ ਕੀਤਾ ਹੋਇਆ ਤਮਾਸ਼ਾ ਹੈਗਾ, ਸਭ ਖਲਕ ਤਮਾਸ਼ੇ ਹੈ। ਤੋ ਇਸ ਤੋਂ ਅੱਗੇ ਬਾਅਦ ਜਿਹੜੀ ਜਾਚਨਾ ਕੀਤੀ ਜਾਂਦੀ ਆ ਕਿ ਵਾਹਿਗੁਰੂ ਦੇ ਵਿੱਚ ਇਹ ਵਿਸ਼ਵਾਸ ਦ੍ਰਿੜ ਕੀਤਾ ਜਾਂਦਾ ਆ ਕਿ ਸੱਚੇ ਪਿਤਾ ਵਾਹਿਗੁਰੂ, ਕਿ ਵਾਹਿਗੁਰੂ ਦੇ ਨਾਲ ਇੱਕ ਰਿਸ਼ਤਾ ਜੋੜਿਆ ਜਾਂਦਾ। ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਵਾਹਿਗੁਰੂ ਨੂੰ ਕੇਵਲ ਪਿਤਾ ਨਹੀਂ ਕਿਹਾ। ਬਹੁਤ ਸਾਰੇ ਜਿਹੜੇ ਹੋਰ ਸ਼ਬਦ ਨੇ ਜਿਹੜੇ ਅਸੀਂ ਆਪਣੇ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਵਰਤਦੇ ਹਾਂ, ਪਰਮਾਤਮਾ ਨੂੰ ਵਾਹਿਗੁਰੂ ਨੂੰ ਗੁਰੂ ਪਾਤਸ਼ਾਹ ਨੇ ਉਹ ਵੀ ਸੰਬੋਧਨ ਕਰਕੇ ਵਰਤੇ ਨੇ। ਜਿਵੇਂ ਗੁਰਬਾਣੀ ਦੀ ਇੱਥੇ ਫਰਮਾਨ ਆ ਜੀ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਖਾਏ। ਕਿ ਗੁਰੂ ਦੇ ਨਾਲ ਕੇਵਲ ਇੱਕ ਦੈਵੀ ਰਿਸ਼ਤਾ ਨਹੀਂ ਹੈਗਾ, ਇੱਕ ਇਸ ਤਰ੍ਹਾਂ ਦਾ ਰਿਸ਼ਤਾ ਬਣਾਉਣਾ ਹੈਗਾ ਜਿਵੇਂ ਸਾਡੇ ਰਿਸ਼ਤੇ ਆਪਣੇ ਮਾਂ ਪਿਓ ਦੇ ਨਾਲ, ਆਪਣੇ ਭੈਣ ਭਰਾਵਾਂ ਦੇ ਨਾਲ, ਆਪਣੇ ਯਾਰਾਂ ਦੋਸਤਾਂ ਦੇ ਨਾਲ ਹੁੰਦੇ ਨੇ। ਤੇ ਉਹਨਾਂ ਦੇ ਨਾਲ ਜਦੋਂ ਅਸੀਂ ਰਿਸ਼ਤਾ ਬਣਾਉਂਦੇ ਹਾਂ ਤੇ ਅਸੀਂ ਆਪਣੇ ਦਿਲ ਦੀ ਹਰ ਗੱਲ ਜਿਹੜੀ ਆ ਉਹਨਾਂ ਦੇ ਨਾਲ ਕਰਦੇ ਹਾਂ। ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਆ ਇਹ ਪਰਮਾਤਮਾ ਦੇ ਨਾਲ, ਗੁਰੂ ਦੇ ਨਾਲ ਵੀ ਬਣਾਉਣਾ ਹੈਗਾ। ਤੇ ਜਿਹੜਾ ਵੀ ਰਿਸ਼ਤਾ ਦੁਨਿਆਵੀ ਤੌਰ ਦੇ ਉੱਤੇ ਸਾਨੂੰ ਚੰਗਾ ਲੱਗੇ, ਭਾਵੇਂ ਉਹ ਦੋਸਤ ਦਾ ਹੋਏ, ਭਾਵੇਂ ਮਾਤਾ ਦਾ ਹੋਏ, ਭਾਵੇਂ ਪਿਤਾ ਦਾ ਹੋਏ, ਉਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਆ ਵਾਹਿਗੁਰੂ ਦੇ ਨਾਲ ਬਣਾ ਕੇ ਰੱਖਣਾ ਆ। ਤੇ ਬਹੁਤ ਸਾਰੇ ਸ਼ਬਦ ਜਿਹੜੇ ਨੇ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਹਦੇ ਲਈ ਵਰਤੇ ਵੀ ਹੈਗੇ ਨੇ। ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੂੰ ਮੇਰਾ ਮਾਤਾ ਪਿਤਾ ਹੈ, ਅਸੀਂ ਤੇਰੇ ਬੱਚੇ ਹਾਂ। ਤੇ ਬੱਚਾ ਮਾਂ ਪਿਓ ਦੇ ਨਾਲ ਆਪਣੇ ਜੀਵਨ ਦੀ ਹਰ ਗੱਲ ਜਿਹੜੀ ਆ ਉਹ ਸਾਂਝੀ ਕਰਦਾ ਆ, ਆਪਣਾ ਹਰ ਦੁੱਖ ਸੁੱਖ ਜਿਹੜਾ ਆ ਆਪਣੇ ਮਾਤਾ ਪਿਤਾ ਦੇ ਨਾਲ, ਭੈਣ ਭਰਾਵਾਂ ਦੇ ਨਾਲ ਸਾਂਝਾ ਕਰਦਾ ਆ। ਇਸ ਤਰ੍ਹਾਂ ਦਾ ਜਿਹੜਾ ਰਿਸ਼ਤਾ ਹੈਗਾ ਆ ਇਹ ਵੀ ਅਸੀਂ ਵਾਹਿਗੁਰੂ ਦੇ ਉੱਤੇ ਜਿਹੜਾ ਆ ਵਾਹਿਗੁਰੂ ਦੇ ਨਾਲ ਉਹ ਬਣਾ ਕੇ ਰੱਖਣਾ ਆ। ਤੇ ਗੁਰੂ ਪਾਤਸ਼ਾਹ ਨੇ ਬਹੁਤ ਸਾਰੇ ਰਿਸ਼ਤਿਆਂ ਦੀ ਜਿਹੜੀ ਸਾਨੂੰ ਉਹ ਆਪਸ਼ਨ ਦਿੱਤੀ ਹੈਗੀ ਆ। ਤੇ ਹਰ ਤਰ੍ਹਾਂ ਦਾ ਜਿਹੜਾ ਰਿਸ਼ਤਾ ਅਸੀਂ ਵਾਹਿਗੁਰੂ ਦੇ ਨਾਲ ਜੋੜ ਸਕਦੇ ਹਾਂ। ਤੇ ਇਸ ਤੋਂ ਅੱਗੇ ਜਿਹੜੀ ਤਾਕੀਦ ਕੀਤੀ ਜਾਂਦੀ ਹੈ ਦੀ ਆਪ ਦੇ ਹਜ਼ੂਰ ਦੀ, ਇੱਥੇ ਕੋਈ ਵੀ ਜਿਹੜੀ ਸਾਡੀ ਫਿਰ ਜਿਸ ਕਾਰਜ ਲਈ ਅਰਦਾਸ ਹੋ ਰਹੀ ਆ ਉਸ ਕਾਰਜ ਦਾ ਜਿਹੜਾ ਨਾਮ ਆ ਉਹ ਦਰਜ ਕੀਤਾ ਜਾਂਦਾ ਹੈ। ਹੁਣ ਇਸ ਪੰਕਤੀ ਨੂੰ ਆਪਾਂ ਵਿਚਾਰੀਏ ਕਿ ਗੁਰੂ ਘਰ ਦੇ ਵਿੱਚ ਆ ਕੇ ਤੇ ਸਾਨੂੰ ਪਤਾ ਹੁੰਦਾ ਗੁਰੂ ਪਾਤਸ਼ਾਹ ਸਾਡੇ ਸਾਹਮਣੇ ਹਾਜ਼ਰ ਨਾਜ਼ਰ ਨੇ। ਹੁਣ ਜੇ ਗੁਰੂ ਪਾਤਸ਼ਾਹ ਸਾਹਮਣੇ ਨਹੀਂ ਹੈਗੇ, ਸਿੱਖ ਨੇ ਨਿਤਨੇਮ ਕੀਤਾ ਆ ਜਾਂ ਕਿਸੇ ਵੀ ਦੁਨਿਆਵੀ ਕਾਰਜ ਦੇ ਲਈ ਉਸਨੇ ਅਰਦਾਸ ਕਰਨੀ ਆ, ਤੇ ਉਸ ਦੇ ਮਨ ਦੇ ਵਿੱਚ ਇਹ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਕਿ ਗੁਰੂ ਮੇਰੇ ਸੰਗ ਸਦਾ ਹੈ ਨਾਲ। ਕਿਉਂਕਿ ਅਰਦਾਸ ਦੇ ਬੋਲਨੇ ਆਪ ਦੇ ਹਜ਼ੂਰ, ਅਸੀਂ ਉਸੇ ਪ੍ਰਮਾਤਮਾ ਦੀ ਹਾਜ਼ਰ ਨਾਜ਼ਰਤਾ ਨੂੰ ਮੰਨਦੇ ਹਾਂ। ਪਰ ਜਿਵੇਂ ਅਸੀਂ ਅੱਜ ਸ਼ੁਰੂਆਤ ਦੇ ਵਿੱਚ ਗੱਲ ਸ਼ੁਰੂ ਕੀਤੀ ਸੀ ਕਿ ਜਦੋਂ ਕੋਈ ਵੱਡਾ ਦੁਖਾਂਤ ਵਾਪਰਦਾ ਆ ਉਦੋਂ ਇਨਸਾਨ ਦੇ ਅੰਦਰ ਸ਼ੈਤਾਨ ਇੰਨਾ ਭਾਰੀ ਹੋ ਜਾਂਦਾ, ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਰੱਬ ਨਾਮ ਦੀ ਚੀਜ਼ ਕੋਈ ਦੁਨੀਆ ਤੇ ਹੈ ਹੀ ਨਹੀਂ। ਸੋ ਜਿਸ ਕਰਕੇ ਉਹ ਦਹਿਸ਼ਤ ਦੇ ਵਹਿਸ਼ਿਆਨਾ ਰੂਪ ਦੇ ਵਿੱਚ ਫਿਰ ਪਤਾ ਨਹੀਂ ਕਿੰਨੇ ਕਤਲੋਗਾਰਤ ਜਿਹੜੇ ਨੇ ਉਹ ਕਰਦਾ ਤੁਰੀ ਜਾਂਦਾ। ਪਰ ਜਦੋਂ ਅਸੀਂ ਸਿੱਖੀ ਦੇ ਵੱਲ ਦੇਖਦੇ ਹਾਂ ਕਿ ਸਿੱਖੀ ਦੇ ਵਿੱਚ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿਚਵਾਸ। ਗੁਰਬਾਣੀ ਦੇ ਵਿੱਚ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਆਉਂਦੇ ਨੇ, ਦਰਗਾਹ, ਸੱਚਖੰਡ, ਤੇ ਸਿੱਖ ਨੂੰ ਇਹ ਮਹਿਸੂਸ ਹੁੰਦਾ ਕਿ ਇਸ ਧਰਤੀ ਦੇ ਵਿੱਚ ਜਿਵੇਂ ਵਾਹਿਗੁਰੂ ਦਾ ਵਾਸ ਨਹੀਂ ਹੈਗਾ, ਇਸ ਤੋਂ ਬਾਅਦ ਜਦੋਂ ਅਸੀਂ ਮਰ ਜਾਣਾ ਕਿਸੇ ਵੱਖਰੇ ਪਲੈਨਟ ਤੇ, ਕਿਸੇ ਵੱਖਰੀ ਧਰਤੀ ਤੇ ਜਾਣਾ ਜਿੱਥੇ ਵਾਹਿਗੁਰੂ ਰਹਿ ਰਿਹਾ, ਇਸ ਤਰ੍ਹਾਂ ਦੀ ਗੱਲ ਬਿਲਕੁਲ ਨਹੀਂ ਹੈਗੀ। ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ। ਉਹ ਆਪ ਵਸਿਆ ਆ, ਉਹ ਹਰ ਕਣ ਕਣ ਦੇ ਵਿੱਚ ਹਾਜ਼ਰ ਨਾਜ਼ਰ ਹੈਗਾ। ਸਿਰਫ ਸਾਡੇ ਅੰਦਰ ਉਹ ਵੇਖਣ ਵਾਲੀ ਅੱਖ ਨਹੀਂ ਹੈਗੀ। ਜਦੋਂ ਗੁਰੂ ਨਾਨਕ ਪਾਤਸ਼ਾਹ ਇੰਨਾ ਸੂਰਜ, ਚੰਦ, ਤਾਰਿਆਂ ਨੂੰ ਦੇਖਦੇ ਨੇ ਤੇ ਉਹ ਫਿਰ ਸ਼ਬਦ ਉਚਾਰਨ ਕਰਦੇ ਨੇ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਸਾਡੇ ਲਈ ਇਹ ਚੰਦਰ ਤਾਰੇ ਸਾਰੇ ਇੱਕ ਨਾਰਮਲ ਜਿਹੀਆਂ, ਕਿਉਂਕਿ ਅਸੀਂ ਰੋਜ਼ ਦੇਖ ਰਹੇ ਹਾਂ, ਪਰ ਜਦੋਂ ਗੁਰੂ ਦੀ ਅੱਖ ਨਾਲ, ਗੁਰੂ ਦੀ ਸਿਆਣਪ ਨਾਲ ਇਹਨਾਂ ਨੂੰ ਦੇਖਾਂਗੇ ਤੇ ਕੁਦਰਤ ਦੇ ਵਿੱਚ ਹਰ ਜ਼ਰੇ ਦੇ ਵਿੱਚ ਜਿਹੜਾ ਆ ਵਾਹਿਗੁਰੂ ਵਸਿਆ ਨਜ਼ਰ ਆਏਗਾ। ਕੁਦਰਤ ਕਰਕੇ ਵਸਿਆ ਸੋਏ
ਉਹ ਆਪਣੀ ਕੁਦਰਤ ਦੇ ਵਿੱਚ ਕਣ ਕਣ ਦੇ ਵਿੱਚ ਸੁਭਾਈਮਾਨ ਹੈਗਾ। ਤੇ ਜਦੋਂ ਗੁਰੂ ਅੱਗੇ ਅਰਦਾਸ ਕਰਨੀ ਹੈਗੀ ਆ ਤੇ ਇਹ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ ਕਿ ਮੇਰਾ ਵਾਹਿਗੁਰੂ ਮੇਰੇ ਅੰਦਰ ਵੀ ਆ ਤੇ ਮੇਰੇ ਨਾਲ ਵੀ ਆ ਤੇ ਉਹ ਹਰ ਥਾਂ ਦੇ ਵਿੱਚ ਰਮਿਆ ਹੋਇਆ ਆ। ਹੈ ਹਜੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ। ਹਾਜ਼ਰ ਆ, ਉਸ ਦੀ ਹਾਜ਼ਰ ਨਾਜ਼ਰਤਾ ਤੋਂ ਕਦੇ ਮੁਨਕਰ ਨਹੀਂ ਹੋਣਾ। ਜਦੋਂ ਅਰਦਾਸ ਦੀ ਲੜੀ ਸ਼ੁਰੂ ਕੀਤੀ ਸੀ ਤੇ ਉਦੋਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਸੀ ਸਾਧ ਸੰਗਤ ਕਿ ਜਦੋਂ ਸਾਧਕ ਅਰਦਾਸ ਕਰਦਾ ਆ ਤੇ ਉਦੋਂ ਉਹਦਾ ਇਹ ਪੂਰਾ ਵਿਸ਼ਵਾਸ ਹੁੰਦਾ ਕਿ ਵਾਹਿਗੁਰੂ ਉਸ ਦੀ ਅਰਦਾਸ ਸੁਣ ਰਿਹਾ ਆ, ਵਾਹਿਗੁਰੂ ਉਸ ਦੇ ਸਾਹਮਣੇ ਖੜਾ ਆ। ਉਸ ਦੇ ਮਨ ਦੇ ਵਿੱਚ ਇਹ ਪੱਕਾ ਵਿਸ਼ਵਾਸ ਹੁੰਦਾ। ਪਰ ਜਦੋਂ ਕੋਈ ਪਾਪ ਕਰਮ ਕਰਦਾ ਆ, ਮਾੜਾ ਕਰਮ ਕਰਦਾ ਆ, ਉਸ ਸਮੇਂ ਮਨ ਦੀ ਜਿਹੜੀ ਸਥਿਤੀ ਹੁੰਦੀ ਆ ਬਿਲਕੁਲ ਵਿਪਰੀਤ ਹੋ ਜਾਂਦੀ ਆ। ਉਦੋਂ ਇਸ ਤਰ੍ਹਾਂ ਲੱਗਦਾ ਕਿ ਮੈਨੂੰ ਕੋਈ ਦੇਖ ਨਹੀਂ ਰਿਹਾ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਵੇ। ਕਿ ਇਨਸਾਨ ਜਿੰਨਾ ਮਰਜ਼ੀ ਸਿਆਣਾ ਹੋ ਜਾਏ ਸਮਾਜ ਤੋਂ ਤੇ ਬਹੁਤ ਕੁਝ ਲੁਕਾ ਸਕਦਾ, ਪਰ ਵਾਹਿਗੁਰੂ ਤੇਰੇ ਤੋਂ ਕੁਝ ਨਹੀਂ ਲੁਕਦਾ। ਸੋ ਇਸ ਲਈ ਜਦੋਂ ਵੀ ਗੁਰੂ ਦੇ ਅੱਗੇ ਅਰਦਾਸ ਕਰਨੀ ਆ, ਇਹ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ ਕਿ ਮੇਰਾ ਵਾਹਿਗੁਰੂ ਮੇਰੇ ਅੰਗ ਸੰਗ ਆ, ਉਹ ਹਾਜ਼ਰ ਆ। ਤੇ ਜਦੋਂ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰਾਂਗੇ ਤੇ ਉਹ ਅਰਦਾਸ ਹਮੇਸ਼ਾ ਗੁਰੂ ਕਬੂਲ ਕਰਦਾ ਹੈ। ਤੇ ਇਹ ਸਾਡੀ ਜ਼ਿੰਦਗੀ ਦੇ ਵਿੱਚ ਸਿਰਫ ਅਰਦਾਸ ਕਰਨ ਲੱਗਿਆ ਨਹੀਂ, ਜ਼ਿੰਦਗੀ ਦੇ ਹਰ ਪਲ ਦੇ ਵਿੱਚ ਜਿਹੜੀ ਆ ਇਸ ਦੀ ਹਾਜ਼ਰ ਨਾਜ਼ਰਤਾ ਨੂੰ ਅਸੀਂ ਮਹਿਸੂਸ ਕਰਕੇ ਆਪਣਾ ਜੀਵਨ ਜਿਉਣਾ ਆ। ਤੇ ਨਾ ਹੀ ਫਿਰ ਕਿਸੇ ਦਾ ਇਨਸਾਨ ਦਾ ਦਿਲ ਦਿਖਾਉਣ ਦਾ ਦਿਲ ਕਰੇਗਾ, ਕਿਉਂਕਿ ਜਦੋਂ ਉਸਨੂੰ ਇਹ ਸਮਝ ਆ ਜਾਏਗੀ ਨਾ ਸਭੇ ਘੱਟ ਰਾਮ ਬੋਲੇ, ਕਿ ਮੇਰੇ ਮਿੱਤਰ ਦੇ ਵਿੱਚ ਵੀ ਤੇ ਦੁਸ਼ਮਣ ਤੇ ਹੈ ਹੀ ਕੋਈ ਨਹੀਂ। ਸਿੱਖੀ ਦੇ ਸੰਦਰਭ ਚੋਂ ਨਾ ਕੋ ਬੈਰੀ ਨਾ ਹੀ ਬੇਗਾਨਾ, ਇੱਥੇ ਦੁਸ਼ਮਣੀ ਵਾਲਾ ਕੋਈ ਵੀ ਕਨਸੈਪਟ ਨਹੀਂ ਹੈਗਾ। ਪਤਾ ਨਹੀਂ ਅਸੀਂ ਆਪਣੇ ਅੰਦਰ ਜਦੋਂ ਇਹ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਂਦੇ ਆ ਤੇ ਉਦੋਂ ਸਾਡੇ ਅੰਦਰ ਜਿਹੜੇ ਦਵੈਸ਼ ਦੀ ਅਗਨੀ ਬਲਦੀ ਆ ਤੇ ਉਸ ਅਗਨੀ ਦੇ ਵਿੱਚੋਂ ਫਿਰ ਜਿਹੜੇ ਨੇ ਉਹ 47 ਵਰਗੇ ਜਿਹੜੇ ਵੱਡੇ ਦੁਖਾਂਤ ਨੇ ਉਹ ਵਾਪਰਦੇ ਨੇ। ਤੇ ਇਸ ਅਗਨੀ ਕਰਕੇ ਅਸੀਂ ਪਤਾ ਨਹੀਂ ਕਿੰਨੇ ਕੁ ਰਿਸ਼ਤੇ ਜਿਹੜੇ ਹੈਗੇ ਆ ਦੁਨਿਆਵੀ ਤੌਰ ਦੇ ਉੱਤੇ ਖ਼ਤਮ ਵੀ ਕਰ ਲੈਂਦੇ ਆ। ਗੁਰੂ ਪਾਤਸ਼ਾਹ ਨੇ ਬਚਨ ਵੀ ਕੀਤਾ ਆ, ਦਾਵਾ ਅਗਨ ਬਹੁਤ ਤ੍ਰਿਨ ਜਾਲੇ ਕੋਈ ਹਰਿਆ ਬੂਟ ਰਹੇ ਹੋ। ਦਾਵਾ ਹੁੰਦਾ ਦਵੈਸ਼, ਕਹਿੰਦੇ ਦਵੈਸ਼ ਦੀ ਅਗਨੀ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜੀਵ ਜਿਹੜੇ ਨੇ ਉਹ ਸੜ ਰਹੇ ਨੇ, ਪਰ ਕੋਈ ਹਰਿਆ ਬੂਟ, ਕੋਈ ਵਿਰਲਾ ਹੁੰਦਾ ਜਿਹਦੇ ਅੰਦਰ ਇਸ ਅਗਨੀ ਦਾ, ਇਸ ਦਵੈਸ਼ ਦਾ ਜਿਹੜਾ ਆ ਉਹ ਪ੍ਰਭਾਵ ਨਹੀਂ ਪੈਂਦਾ। ਅਸੀਂ ਉਸ ਅਗਨੀ ਦੇ ਬੁਝਾਉਣ ਦੇ ਪਾਤਰ ਬਣਨਾ ਆ, ਉਸ ਅਗਨੀ ਤੋਂ ਮੁਕਤ ਹੋਣਾ ਆ ਤੇ ਗੁਰੂ ਅੱਗੇ ਹਮੇਸ਼ਾ ਹੀ ਆਪਣੀ ਚੜ੍ਹਦੀ ਕਲਾ ਦੀ ਜਿਹੜੀ ਅਰਦਾਸ ਆ ਉਹ ਕਰਨੀ ਆ। ਅਗਲੇ ਹਫਤੇ ਜਿਹੜਾ ਇਸ ਅਰਦਾਸ ਦਾ ਆਖਰੀ ਬੰਦ ਹੋਏਗਾ ਸਾਧ ਸੰਗਤ ਜੀ, ਉਸ ਬਾਰੇ ਆਪ ਜੀ ਦੇ ਨਾਲ ਸਾਂਝ ਪਾਈ ਜਾਏਗੀ। ਅੱਜ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਲਈ ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣਯੋਗ ਆ, ਬਖਸ਼ ਲੈਣਾ ਜੀ। ਦਿਓ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ